ਧੰਨ ਵਾਹਿਗੁਰੂ ਸਾਹਿਬ ਜੀ। ਕਬਹੂੰ ਖੀਰ ਖਾਂਡ ਘਿਓ ਨਾ ਭਾਵੈ, ਕਬਹੂੰ ਘਰ ਘਰ ਟੂਕ ਮੰਗਾਵੈ। ਕਬਹੂੰ ਕੂਰਨ ਚਨੇ ਬਿਨਾਵੈ, ਜਿਉ ਰਾਮ ਰਾਖੇ ਤਿਉ ਰਹੀਏ ਰੇ ਭਾਈ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ, ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਰਹਾਉ ਕਬਹੂੰ ਤੁਰੇ ਤੁਰੰਗ ਨਚਾਵੈ, ਕਬਹੂੰ ਪਾਏ ਪਨਿਓ ਨਾ ਪਾਵੈ। ਕਬਹੂੰ ਖਾਟ ਸੁਪੇਦੀ ਸੁਆਵੈ, ਕਬਹੂੰ ਭੂਮ ਪੈ ਆਰ ਨਾ ਪਾਵੈ। ਭਨਤ ਨਾਮ ਦਿਓ ਇਕ ਨਾਮ ਨਿਸਤਾਰੈ, ਜਿਹ ਗੁਰ ਮਿਲੈ ਤਿਹ ਪਾਰ ਉਤਾਰੈ। ਜਿਹ ਗੁਰ ਮਿਲੈ ਤਿਹ ਪਾਰ ਉਤਾਰੈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਕਾਰਥਾ ਬਣਾ ਰਹੇ ਸਤਿਕਾਰਯੋਗ ਸਤਸੰਗੀ ਜਨੋ, ਆਓ ਚੱਲ ਰਹੀ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਜਿਤਨੇ ਵੀ ਮਾਈ ਭਾਈ ਜਨ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬੈਠੇ ਹੋ, ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਸਰਬੱਤ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਅੱਜ ਦਾ ਜੋ ਪਾਵਨ ਸ਼ਬਦ ਵਿਚਾਰ ਅਧੀਨ ਭਗਤ ਨਾਮਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਭੈਰੋ ਰਾਗ ਦੇ ਅੰਦਰ ਤਬਲੇ ਦੇ ਨਾਲ ਸੰਬੰਧਿਤ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਔਰ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1164 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿਸ ਵਕਤ ਵੀ ਸਾਨੂੰ ਬਾਣੀ ਦੇ ਅੰਦਰ
ਚਾਹੇ ਉਹ ਅਸ਼ਟਪਦੀਆਂ ਹੋਣ, ਚਾਹੇ ਸ਼ਲੋਕ, ਚਾਹੇ ਪੌੜੀਆਂ, ਚਾਹੇ ਛੰਤ। ਮਹਾਰਾਜ ਜਿਸ ਵਕਤ ਵੀ ਭਾਈ ਰੇ ਸ਼ਬਦ ਵਰਤ ਕੇ ਸਾਨੂੰ ਸੰਬੋਧਨ ਹੁੰਦੇ ਨੇ ਨਾ, ਤੇ ਉਸ ਵਕਤ ਇੱਕ ਨਿਸ਼ਾਨਾ ਹੈ ਕਿ ਗਲਵੱਕੜੀ ਦੇ ਵਿੱਚ ਲੈ ਕੇ ਬੜੇ ਪਿਆਰ ਦੇ ਨਾਲ, ਬੜੇ ਸਹਿਜ ਦੇ ਨਾਲ ਸਤਿਗੁਰੂ ਮਹਾਰਾਜ ਸਾਨੂੰ ਜ਼ਿੰਦਗੀ ਦਾ ਨਿਸ਼ਾਨਾ ਸਮਝਾਉਣਾ ਚਾਹੁੰਦੇ ਨੇ। ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਸਾਹਿਬ ਜੀ ਨੇ ਕੁਝ ਏਦਾਂ ਦੇ ਸ਼ਬਦ ਵਰਤੇ ਨੇ, ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ। ਰੇ ਭਾਈ ਸ਼ਬਦ ਜਦੋਂ ਬਾਣੀ ਵਿੱਚ ਆਵੇਗਾ ਨਾ, ਇਹਦਾ ਅਰਥ ਹੈ ਵੀ ਹੇ ਭਾਈ, ਹੇ ਮੇਰੇ ਮਿੱਤਰ, ਹੇ ਮੇਰੇ ਭਰਾ। ਬਹੁਤ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇਹ ਸ਼ਬਦ ਵਰਤਿਆ, ਭਾਈ ਰੇ ਰਾਮ ਕਹੋ ਚਿਤ ਲਾਏ। ਸਤਿਗੁਰੂ ਮਹਾਰਾਜ ਕਹਿੰਦੇ ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਇਹ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਔਰ ਇਸ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਆਪਾਂ ਵੇਖਣ ਦਾ ਯਤਨ ਕਰਾਂਗੇ ਤੇ ਸਾਰੇ ਸ਼ਬਦ ਦੇ ਵਿੱਚ ਕੀ ਸਮਝਾਇਆ ਹੈ ਇਹ ਸਾਨੂੰ ਆਪਣੇ ਆਪ ਸਮਝ ਲੱਗ ਜਾਵੇਗੀ। ਸ਼ਬਦ ਦੀਆਂ ਆਖਰੀ ਪੰਕਤੀਆਂ ਨੇ, ਭੰਨਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਹੇ ਗੁਰ ਮਿਲੈ ਤਿਹ ਪਾਰ ਉਤਾਰੇ। ਜਿਸ ਵਕਤ ਭਗਤ ਨਾਮਦੇਵ ਸਾਹਿਬ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ ਤੇ ਉਸ ਵਕਤ ਕਹਿੰਦੇ ਵੀ ਰਾਮ, ਰਾਮ ਦਾ ਅਰਥ ਹੈ ਰਮਿਆ ਹੋਇਆ, ਕਰਤਾ ਪੁਰਖ ਵਾਹਿਗੁਰੂ, ਜਿਹਨੂੰ ਗੁਰਬਾਣੀ ਵਿੱਚ ਰਮਈਆ ਵੀ ਆਖਿਆ ਹੈ, ਰਾਮ ਵੀ ਆਖਿਆ ਹੈ। ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ, ਹੇ ਮੇਰੇ ਭਾਈ, ਹੇ ਮੇਰੇ ਮਿੱਤਰ, ਹੇ ਮੇਰੇ ਭਰਾ। ਜਿਵੇਂ ਕਰਤਾ ਪੁਰਖ ਵਾਹਿਗੁਰੂ ਦਾ ਨਿਯਮ ਹੈ, ਉਹਦੇ ਹੁਕਮ ਵਿੱਚ ਜੀਵਨ ਨੂੰ ਬਤੀਤ ਕਰ, ਸੌਖਾ ਸਮਝਣ ਵਾਸਤੇ ਉਹਦੀ ਰਜ਼ਾ ਵਿੱਚ ਚੱਲਣ ਦਾ ਯਤਨ ਕਰ, ਉਹਦੇ ਹੁਕਮ ਵਿੱਚ ਚੱਲਣ ਦਾ ਯਤਨ ਕਰ, ਕਿਉਂਕਿ ਦੁਨੀਆ ਦੀ ਹਰ ਚੀਜ਼ ਜਿਹੜੀ ਆਪਣੇ ਧੁਰੇ ਦੇ ਨਾਲ ਜੁੜੀ ਹੁੰਦੀ ਹੈ, ਦੁਨੀਆ ਦੀ ਹਰ ਚੀਜ਼ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ। ਜੇ ਆਪਾਂ ਸੰਸਾਰ ਦੀ ਗੱਲ ਕਰੀਏ, ਸ੍ਰਿਸ਼ਟੀ ਦੀ ਗੱਲ ਕਰੀਏ, ਸ੍ਰਿਸ਼ਟੀ ਵੀ ਰੱਬ ਦੇ ਭਾਣੇ ਵਿੱਚ ਲਗਾਤਾਰ ਆਪਣੀ ਪ੍ਰਕਿਰਿਆ ਕਰ ਰਹੀ ਹੈ, ਧਰਤੀ ਵੀ ਇਹ ਸਾਰੀ ਕਿਰਿਆ ਕਰ ਰਹੀ ਹੈ। ਜਿਸ ਵਕਤ ਗੁਰਬਾਣੀ ਨੂੰ ਪੜ੍ਹੀਏ, ਭੂਗੋਲ ਖਗੋਲ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਤਾ ਹੈ, ਸਮਝਣ ਵਾਲਿਆਂ ਨੂੰ ਪਤਾ ਹੈ ਵੀ ਜਿੰਨਾ ਕੁਝ ਸੰਸਾਰ ਦੇ ਅੰਦਰ ਹਰ ਚੀਜ਼ ਕਿਰਿਆ ਕਰ ਰਹੀ ਹੈ, ਪਰ ਕਿਰਿਆ ਇਵੇਂ ਕਰ ਰਹੀ ਕਿ ਉਹ ਆਪਣੇ ਧੁਰੇ ਦੇ ਦੁਆਲੇ ਕਰਦੀ ਹੈ, ਆਪਣੇ ਕੇਂਦਰ ਦੇ ਨਾਲ ਜੁੜ ਕੇ ਕਰ ਰਹੀ ਹੈ, ਆਪਣੇ ਕੇਂਦਰ ਦੇ ਨਾਲ ਰਹਿ ਕੇ ਕਿਰਿਆ ਕਰ ਰਹੀ ਹੈ। ਜਿਹੜੀ ਚੀਜ਼ ਆਪਣੇ ਕੇਂਦਰ ਦੇ ਨਾਲ ਜੁੜੀ ਹੋਵੇਗੀ ਨਾ, ਉਹ ਕਦੇ ਧੋਖਾ ਨਹੀਂ ਖਾਂਦੀ। ਮਿਸਾਲ ਦੇ ਤੌਰ ਤੇ ਫੁੱਲ ਖਿੜਿਆ ਹੋਇਆ ਸਾਨੂੰ ਦਿਸ ਰਿਹਾ, ਪਰ ਸਾਨੂੰ ਇਹ ਨਹੀਂ ਪਤਾ ਵੀ ਇਹਦਾ ਮੂਲ ਕੀ ਹੈ, ਇਹਦਾ ਮੁੱਢ ਕੀ ਹੈ। ਇਸ ਫੁੱਲ ਦਾ ਮੂਲ ਹੈ ਟਾਹਣੀਆਂ, ਟਾਹਣੀਆਂ ਨਾਲ ਜੁੜਿਆ। ਟਾਹਣੀਆਂ ਦਾ ਮੂਲ ਕੀ ਹੈ? ਉਹ ਪੂਰਾ ਦਰਖਤ। ਦਰਖਤ ਦਾ ਮੂਲ ਕੀ ਹੈ? ਥੱਲੇ ਧਰਤੀ ਨਾਲ ਜੁੜਿਆ ਹੈ ਤੇ ਧਰਤੀ ਦੇ ਵਿੱਚ ਉਹਨੂੰ ਖੁਰਾਕ ਮਿਲ ਰਹੀ ਹੈ। ਉਹ ਪੌਦੇ ਨੂੰ ਖੁਰਾਕ ਮਿਲਣ ਕਰਕੇ ਹਰਿਆ ਭਰਿਆ ਹੋਇਆ ਉਹ ਫੁੱਲ ਵੀ ਸਾਨੂੰ ਖਿਲਿਆ ਦਿਸ ਰਿਹਾ ਹੈ। ਤੇ ਫੁੱਲ ਦੇ ਖਿਲਣ ਤੱਕ ਜਿਹੜਾ ਨਾ ਅਸੀਂ ਦੇਖਦੇ ਹਾਂ ਵੀ ਇਕੱਲਾ ਫੁੱਲ ਖਿਲਿਆ ਦੇਖਿਆ, ਫੁੱਲ ਦੇ ਖਿਲਣ ਤੱਕ ਜਿਹੜੀ ਪ੍ਰਕਿਰਿਆ ਕੀ ਚੱਲ ਰਹੀ ਹੈ। ਇੱਕ ਪੌਦੇ ਦੀਆਂ ਜੜ੍ਹਾਂ ਦਾ ਸੰਬੰਧ ਬਣਿਆ ਧਰਤੀ ਦੇ ਨਾਲ, ਧਰਤੀ ਚੋਂ ਖੁਰਾਕ ਮਿਲੀ, ਉਹ ਵਧਿਆ ਫੁੱਲਿਆ, ਉਹਦੀਆਂ ਸ਼ਾਖਾਂ ਨੇ ਅੱਗੇ ਵਿਕਾਸ ਕੀਤਾ, ਉਹਨਾਂ ਸ਼ਾਖਾ ਦੇ ਵਿੱਚੋਂ ਫੁੱਲ ਸਾਹਮਣੇ ਆਏ ਤੇ ਫੁੱਲਾਂ ਦੇ ਵਿੱਚੋਂ ਬੀਜ ਸਾਹਮਣੇ ਆਏ। ਹੁਣ ਇਹਦਾ ਅਰਥ ਹੈ ਵੀ ਦੁਨੀਆ ਦੇ ਅੰਦਰ ਹਰ ਚੀਜ਼ ਆਪਣੇ ਧੁਰੇ ਨਾਲ ਜੁੜ ਕੇ ਚੱਲ ਰਹੀ ਹੈ। ਹਰ ਚੀਜ਼ ਜਿਹੜੀ ਉਹ ਨਿਯਮ ਦੇ ਵਿੱਚ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਗੁਰਦੇਵ ਜੀ ਨੇ ਬੜਾ ਵੱਡਾ ਭੁਲੇਖਾ ਸਾਡਾ ਦੂਰ ਕੀਤਾ। ਭੈ ਵਿੱਚ ਪਵਨ ਵਹਿ ਸਦ ਵਾਓ। ਭੈ ਦਾ ਅਰਥ ਕੀ ਹੈ? ਹੁਕਮ, ਨਿਯਮ, ਭਾਣਾ। ਭੈ ਦਾ ਅਰਥ ਹੈ ਰੱਬ ਦੇ ਨਿਯਮ ਦੇ ਵਿੱਚ ਹਵਾ ਵੀ ਕੰਮ ਕਰਦੀ ਹੈ। ਭੈ ਵਿੱਚ ਪਵਨ ਵਹਿ ਸਦ ਵਾਓ। ਭੈ ਵਿੱਚ ਚੱਲੇ ਲੱਖ ਦਰਿਆਓ। ਭੈ ਵਿੱਚ ਅਗਨ ਕੱਢੇ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਮਹਾਰਾਜ ਕਹਿੰਦੇ ਸਾਰੀਆਂ ਚੀਜ਼ਾਂ ਜਿੰਨੇ ਵੀ ਕੁਦਰਤੀ ਸੋਮੇ ਨੇ ਨਾ, ਸਾਰੇ ਰੱਬ ਦੇ ਭੈ ਵਿੱਚ ਚੱਲ ਰਹੇ ਨੇ, ਰੱਬ ਦੇ ਹੁਕਮ ਵਿੱਚ ਚੱਲ ਰਹੇ ਨੇ। ਰੱਬੀ ਨਿਯਮ ਆਪਣੇ ਧੁਰੇ ਦੇ ਨਾਲ, ਆਪਣੇ ਮੁੱਢ ਨਾਲ ਜੁੜ ਕੇ ਚੱਲ ਰਹੇ ਨੇ। ਸ਼ਾਇਦ ਮੇਰੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ
ਜਦੋਂ ਇਹ ਬਚਨ ਸਾਨੂੰ ਸਮਝਾਇਆ ਨਾ, ਮਨ ਨੂੰ ਸੰਬੋਧਨ ਹੋ ਕੇ, ਆਪਣੇ ਮਨ ਨੂੰ ਸੰਬੋਧਨ ਹੋ ਕੇ ਆਖਿਆ, ਮਨ ਤੂੰ ਜੋਤ ਸਰੂਪ ਹੈ। ਹੁਣ ਜੋਤ ਕੀ ਹੈ? ਸਾਡਾ ਮੁੱਢ। ਜੋਤ ਕੀ ਹੈ? ਪ੍ਰਮਾਤਮਾ ਵਾਹਿਗੁਰੂ ਦਾ ਉਹ ਅੰਸ਼ ਕਰਤਾ ਪੁਰਖ ਵਾਹਿਗੁਰੂ ਦੀ। ਹੇ ਮੇਰੇ ਮਨਾ, ਤੂੰ ਕਰਤਾ ਪੁਰਖ ਵਾਹਿਗੁਰੂ ਦੀ ਅੰਸ਼ ਹੈ। ਤੇਰਾ ਮੁੱਢ, ਤੇਰਾ ਮੂਲ ਪ੍ਰਮਾਤਮਾ ਵਾਹਿਗੁਰੂ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣਾ ਮੂਲ, ਆਪਣਾ ਮੁੱਢ ਲੱਭ ਵੀ ਤੇਰਾ ਮੁੱਢ ਕਿੱਥੇ ਹੈ। ਖਿਆਲ ਕਰਿਓ, ਜਿਹੜੀ ਚੀਜ਼ ਆਪਣੇ ਮੁੱਢ ਨਾਲੋਂ ਟੁੱਟ ਜਾਵੇ ਨਾ, ਫੁੱਲ ਟਾਹਣੀ ਨਾਲੋਂ ਟੁੱਟ ਜੇ ਤੇ ਮੁਰਝਾ ਜਾਂਦਾ ਹੈ। ਪੱਤਾ ਦਰਖਤ ਨਾਲੋਂ ਟੁੱਟ ਜਾਵੇ ਤੇ ਹਨੇਰੀਆਂ 'ਚ ਉੱਡ ਜਾਂਦਾ ਹੈ। ਗੁਰੂ ਕੇ ਪਿਆਰਿਓ, ਖਿਆਲ ਕਰਿਓ, ਫਲ ਇੱਕ ਦਰਖਤ ਨਾਲੋਂ ਟੁੱਟ ਜਾਵੇ ਤੇ ਟੁੱਟਦਾ ਹੋਇਆ ਡਿੱਗ ਜਾਂਦਾ ਥੱਲੇ ਤੇ ਦਾਗੀ ਹੋ ਜਾਂਦਾ ਹੈ। ਤੇ ਕਿਸੇ ਨੇ ਉਸ ਫਲ ਨੂੰ ਸਵਾਲ ਕੀਤਾ ਵੀ ਤੂੰ ਦਾਗੀ ਕਿਵੇਂ ਹੋ ਗਿਆ? ਉਹ ਕਹਿੰਦਾ ਵੀ ਆਪਣੇ ਮੁੱਢ ਨਾਲੋਂ ਟੁੱਟ ਗਿਆ ਤੇ ਟੁੱਟਣ ਕਰਕੇ ਦਾਗੀ ਹੋ ਗਿਆ। ਬਾਬਾ ਕਬੀਰ ਸਾਹਿਬ ਜੀ ਨੇ ਬੜੀ ਪਿਆਰੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ। ਬਾਬਾ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਬਸੰਤ ਦੀ ਰੁੱਤ ਦਾ। ਖਿਆਲ ਨਾਲ ਸਮਝਣਾ ਸਾਧ ਸੰਗਤ, ਬਸੰਤ ਦੀ ਰੁੱਤ ਵਿੱਚ ਅੰਬਾਂ ਦੇ ਦਰਖਤਾਂ ਨੂੰ ਬੂਰ ਪੈਣਾ ਆਰੰਭ ਹੁੰਦਾ ਹੈ। ਸਹਿਜੇ ਸਹਿਜੇ ਉਹ ਛੋਟੀਆਂ ਛੋਟੀਆਂ, ਉਹਨੂੰ ਫਲ ਲੱਗਦਾ ਅੰਬੀਆਂ ਤੋਂ ਵੱਡੇ ਵੱਡੇ ਅੰਬ ਬਣ ਜਾਂਦੇ ਨੇ। ਤੇ ਕਈ ਵਾਰੀ ਨਾ ਉਹ ਲੱਗੇ ਹੋਏ ਦਰਖਤ ਦੇ ਨਾਲ ਛੋਟੇ ਛੋਟੇ ਪੰਛੀ ਉਹਨੂੰ, ਅੰਬ ਦੇ ਉਸ ਫਲ ਨੂੰ ਟੁੱਕਦੇ ਨੇ, ਖਾਂਦੇ ਨੇ ਆਪਣੀ ਖੁਰਾਕ ਸਮਝ ਕੇ। ਤੇ ਨਾਲ ਹੀ ਬਸੰਤ ਰੁੱਤ ਤੋਂ ਬਾਅਦ ਜਿਹੜੀਆਂ ਹਨੇਰੀਆਂ ਸ਼ੁਰੂ ਹੋ ਜਾਂਦੀਆਂ, ਅੰਬ ਪੱਕਣੇ ਵੀ ਸ਼ੁਰੂ ਹੋ ਜਾਂਦੇ ਨੇ ਨਾਲ ਨਾਲ। ਸਹਿਜੇ ਸਹਿਜੇ ਪੱਕਦੇ ਨੇ। ਪਹਿਲਾਂ ਅੰਬੀਆਂ ਸੀ, ਫਿਰ ਵੱਡੇ ਅੰਬ ਬਣੇ, ਫਿਰ ਪੱਕ ਗਏ। ਖਿਆਲ ਕਰਿਓ, ਜਦੋਂ ਅੰਬ ਦੇ ਦਰਖਤ ਨੂੰ ਬੂਰ ਪਿਆ ਨਾ ਫਲ ਲੱਗਣ ਵਾਸਤੇ, ਉਦੋਂ ਬੜਾ ਸੰਘਣਾ ਬੂਰ ਪਿਆ। ਹਨੇਰੀਆਂ ਚੱਲੀਆਂ, ਕੁਝ ਉਹਨਾਂ ਨੇ ਬੂਰ ਹੀ ਝਾੜ ਦਿੱਤਾ, ਕੁਝ ਉਹਦੇ ਨਾਲੋਂ ਨਿੱਕੀਆਂ ਨਿੱਕੀਆਂ ਲੱਗੀਆਂ, ਉਹ ਫਲਦਾਰ ਅੰਬੀਆਂ ਡਿੱਗ ਪਈਆਂ ਧਰਤੀ ਤੇ। ਉਸ ਤੋਂ ਬਾਅਦ ਜਿਹੜੀਆਂ ਬਚੀਆਂ ਉਹਨਾਂ ਨੂੰ ਕੁਝ ਪੰਛੀਆਂ ਨੇ ਟੁੱਕ ਦਿੱਤਾ। ਇੱਕ ਉਹ ਵੀ ਫਲ ਨੇ ਜਿਹੜੇ ਟਾਹਣੀ ਨਾਲ ਲੱਗੇ ਹੋਏ ਨੇ ਤੇ ਜਦੋਂ ਹਵਾ ਹਨੇਰੀ ਚੱਲੀ ਨਾ ਝਟਕੇ ਲੱਗ ਕੇ ਦਾਗੀ ਹੋ ਗਏ। ਇੱਕ ਉਹ ਫਲ ਨੇ ਬਿਲਕੁਲ ਜਿਹੜੇ ਸਾਬਤ ਬਚ ਗਏ, ਪੱਕ ਗਏ, ਰਸ ਗਏ। ਉਹਨਾਂ ਨੂੰ ਬਾਗ ਦੇ ਮਾਲਕ ਨੇ ਬੂਟੇ ਨਾਲੋਂ ਤੋੜਿਆ ਤੇ ਮਾਰਕੀਟ ਵਿੱਚ ਉਹਦਾ ਮੁੱਲ ਪਾ ਲਿਆ। ਖਿਆਲ ਕਰਿਓ, ਇੱਕ ਅੰਬ ਉਹ ਨੇ ਜਿਹੜੇ ਹਨੇਰੀਆਂ ਨਾਲ ਝੜ ਗਏ, ਇੱਕ ਉਹ ਨੇ ਜਿਨ੍ਹਾਂ ਨੂੰ ਪੰਛੀਆਂ ਨੇ ਟੁੱਕਤਾ ਦਾਗੀ ਹੋ ਗਏ, ਇੱਕ ਉਹ ਨੇ ਜਿਨ੍ਹਾਂ ਦਾ ਮੁੱਲ ਮਾਰਕੀਟ ਵਿੱਚ ਪੂਰਾ ਪੈ ਗਿਆ। ਮਾਰਕੀਟ ਵਿੱਚ ਮੁੱਲ ਉਹਨਾਂ ਦਾ ਪਿਆ ਜਿਹੜੇ ਰਸ ਗਏ। ਤੇ ਰਸ ਦੇ ਉਹ ਹੈ ਜਿਹੜੇ ਜੁੜੇ ਹੋਣ, ਲੱਗੇ ਹੋਣ। ਜਿਹੜੇ ਆਪਣੇ ਮੂਲ ਨਾਲ ਲੱਗੇ ਸੀ ਉਹ ਰਸ ਗਏ, ਐਨ ਰਸਦਾਰ ਬਣ ਗਏ, ਫਿਰ ਉਹਨਾਂ ਦੀ ਕੀਮਤ ਬਣ ਗਈ, ਮਾਰਕੀਟ ਵਿੱਚ ਮੁੱਲ ਪੈ ਗਿਆ ਉਹਨਾਂ ਦਾ ਕਿਸੇ ਮੰਡੀ ਵਿੱਚ ਜਾ ਕੇ। ਤੇ ਮੁੱਲ ਉਹਨਾਂ ਦਾ ਹੀ ਪੈਂਦਾ ਜਿਹੜੇ ਜੁੜੇ ਹੋਣ। ਜਿਹੜੇ ਟੁੱਟ ਜਾਣ ਕਦੇ ਉਹਨਾਂ ਦਾ ਮੁੱਲ ਥੋੜੀ ਪੈਂਦਾ, ਟੁੱਟਿਆਂ ਦਾ ਮੁੱਲ ਥੋੜੀ ਪੈਂਦਾ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਫਲ ਲਾਗੇ ਫਲਣ, ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚਿਓ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਇਹ ਤਿੰਨ ਤਰ੍ਹਾਂ ਦੀਆਂ ਬਿਰਤੀਆਂ ਅੰਬ ਦੀ ਉਦਾਹਰਣ ਲੈ ਕੇ ਤੇ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ। ਇਹ ਤਿੰਨ ਤਰ੍ਹਾਂ ਦੇ ਉਹ ਲੋਕ ਨੇ ਜਿਹੜੇ, ਇੱਕ ਤਾਂ ਉਹ ਨੇ ਜਿਹੜੇ ਪਹਿਲੀ ਕਰਮ ਕਾਂਡਾਂ ਦੀ ਹਨੇਰੀ ਆਉਂਦੀ ਹੈ ਤੇ ਗੁਰੂ ਨਾਲੋਂ ਟੁੱਟ ਕੇ ਚਲੇ ਜਾਂਦੇ ਨੇ ਪਾਸੇ। ਦੂਜੇ ਉਹ ਵੀ ਨੇ ਜਿਹੜੇ, ਜਿਵੇਂ ਇੱਕ ਅੰਬ ਉਹ ਹੈ ਜਿਹੜਾ ਹਨੇਰੀ ਨਾਲ ਝੜ ਗਿਆ, ਇੱਕ ਉਹ ਹੈ ਜਿਹੜਾ ਲੱਗਾ ਵੀ ਹੈ ਤੇ ਹਨੇਰੀ ਨਾਲ ਝਟਕੇ ਖਾ ਕੇ ਦਾਗੀ ਵੀ ਹੋ ਜਾਂਦਾ, ਲੱਗਾ ਵੀ ਰਹਿੰਦਾ ਤੇ ਦਾਗੀ ਵੀ ਹੋ ਜਾਂਦਾ। ਇੱਕ ਮਨੁੱਖ ਉਹ ਨੇ ਜਿਹੜੇ ਕਰਮ ਕਾਂਡਾਂ ਦੀ ਹਨੇਰੀ ਆਈ ਤੇ ਉਹਨਾਂ ਨੂੰ ਗੁਰੂ ਨਾਲੋਂ ਤੋੜ ਕੇ ਕਿਸੇ ਦੂਜੇ ਪਾਸੇ ਲੈ ਗਈ। ਇੱਕ ਉਹ ਨੇ ਜਿਹੜੇ ਲੱਗੇ ਵੀ ਨੇ, ਗੁਰੂ ਨੇ ਨਮਸਕਾਰਾਂ ਵੀ ਕਰਦੇ ਪਰ ਗੁਰੂ ਦੀ ਗੱਲ ਵੀ ਨਹੀਂ ਮੰਨਦੇ, ਗੁਰੂ ਦੇ ਕੋਲੇ ਆ ਕੇ ਬੇਨਤੀਆਂ ਬਿਨੋਂ ਵੀ ਕਰਦੇ ਨੇ ਪਰ ਜੀਵਨ ਕਰਤਾਰ ਵਿੱਚ ਕਈ ਤਰ੍ਹਾਂ ਦੇ ਦਾਗ ਵੀ ਨੇ। ਪਰ ਇੱਕ ਉਹ ਨੇ ਜਿਹੜੇ ਗੁਰੂ ਦਾ ਹਰ ਹੁਕਮ, ਹਰ ਤਰ੍ਹਾਂ ਦੀ ਗੁਰੂ ਦੀ ਗੱਲ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਜਿਉਂਦੇ ਨੇ। ਉਹ ਭਾਵੇਂ ਫਿਰ ਤੱਤੀਆਂ ਤਵੀਆਂ ਤੇ ਭਾਵੇਂ ਉਬਲਦੀਆਂ ਦੇਗਾਂ ਹੋਣ ਉਹਨਾਂ ਵਾਸਤੇ, ਉਹਨਾਂ ਦੇ ਜੀਵਨ ਅੰਦਰ ਐਸਾ ਰਸ ਬਣਦਾ, ਉਹ ਆਪਣੇ ਮਾਲਕ ਦੇ ਹੁਕਮ ਵਿੱਚ ਜੀਵਨ ਵਾਲੇ ਨੇ। ਔਰ ਉਹਨਾਂ ਨੂੰ ਅੱਜ ਵੀ ਇਤਿਹਾਸ ਯਾਦ ਕਰਦਾ। ਅਰਦਾਸ ਦੇ ਬੋਲਾਂ ਵਿੱਚ ਅਸੀਂ ਹਰ ਵਕਤ ਉਹਨਾਂ ਨੂੰ ਯਾਦ ਕਰਦੇ ਹਾਂ। ਕੈਸਾ ਜੀਵਨ ਸੀ ਉਹਨਾਂ ਦਾ, ਕਿੰਨੀ ਬਰਕਤ ਸੀ ਉਹਨਾਂ ਦੇ ਜੀਵਨ ਵਿੱਚ, ਕਿੱਡਾ ਵੱਡਾ ਉਪਰਾਲਾ ਤੇ ਉਦਮ ਸੀ ਉਹਨਾਂ ਦੇ ਜੀਵਨ ਵਿੱਚ। ਔਰ ਉਹ ਬਾਰ-ਬਾਰ ਕਹਿੰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਸਿਰ ਚਲਿਆ ਜਾਵੇ ਪਰ ਇਸ ਸਿਰ ਦੇ ਵਿੱਚੋਂ ਵਿਚਾਰ ਨਹੀਂ ਕਦੇ ਬਦਲੇਗਾ, ਆਪਣੇ ਮਾਲਕ ਨਾਲੋਂ ਟੁੱਟ ਕੇ ਕਿਧਰੇ ਵੀ ਮੈਂ ਨਹੀਂ ਜਾਵਾਂਗਾ। ਇਹਨੂੰ ਆਖਿਆ ਜਾਂਦਾ ਸੀ ਜੀਵਨ
ਰਸਦਾਰ ਬਣ ਜਾਣਾ। ਤੇ ਜਿਨ੍ਹਾਂ ਦਾ ਜੀਵਨ ਰਸਦਾਰ ਬਣ ਗਿਆ ਉਹ ਮਾਲਕ ਦੇ ਦਰ ਤੇ ਫਿਰ ਪ੍ਰਵਾਨ ਵੀ ਹੋਏ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤੋਟਾ, ਕਿਸੇ ਤਰ੍ਹਾਂ ਦਾ ਚਿੰਤਾ, ਕਿਸੇ ਤਰ੍ਹਾਂ ਦੇ ਝੋਰੇ, ਕਿਸੇ ਤਰ੍ਹਾਂ ਦੇ ਫਿਕਰ, ਕਿਸੇ ਤਰ੍ਹਾਂ ਦੀ ਬੁੱਝਦਿਲੀ ਤੇ ਕਾਇਰਤਾ ਤੇ ਹੰਕਾਰ ਵਰਗੀਆਂ ਬਿਮਾਰੀਆਂ ਉਹਨਾਂ ਦੇ ਨੇੜੇ ਤੱਕ ਵੀ ਨਾ ਪਹੁੰਚੀਆਂ। ਤੋਂ ਮੈਂ ਜਿਹੜੀ ਬੇਨਤੀ ਕਰਨ ਲੱਗਾ, ਜਿਹੜੀ ਚੀਜ਼ ਮੂਲ ਨਾਲ ਜੁੜੀ ਹੁੰਦੀ ਨਾ ਉਹਦੀ ਕੀਮਤ ਬਣ ਜਾਂਦੀ ਹੈ, ਤੇ ਜਿਹੜੀ ਮੂਲ ਨਾਲ ਉਹ ਟੁੱਟ ਜਾਵੇ ਨਾ ਸਹਿਜੇ ਸਹਿਜੇ ਉਹਦੀ ਕੀਮਤ ਘਟ ਜਾਂਦੀ ਹੈ। ਜਿਵੇਂ ਮਿਸਾਲ ਦੇ ਤੌਰ ਤੇ ਕੋਈ ਬੰਦਾ ਸਬਜ਼ੀ ਦੇ ਖੇਤ ਵਿੱਚ ਜਾਵੇ ਵੀ ਕਹੇ ਕਿ ਮੈਨੂੰ ਤਾਜ਼ੀ ਤੋੜ ਕੇ ਦਿਓ, ਤਾਜ਼ੀ ਟੁੱਟੀ ਸਬਜ਼ੀ ਦਾ ਮੁੱਲ ਜ਼ਿਆਦਾ ਹੋਵੇਗਾ, ਤੇ ਜਿਹੜੀ 10 ਦਿਨ 20 ਦਿਨ ਦੀ ਟੁੱਟੀ ਹੋਈ ਸਬਜ਼ੀ ਉਹਦਾ ਰੇਟ ਫਿਰ ਘਟੇਗਾ ਹੀ ਨਾ, ਕਿਉਂਕਿ ਉਹ ਟੁੱਟ ਚੁੱਕੀ ਸੀ, ਉਹ ਤਾਂ ਮੁਰਝਾ ਚੁੱਕੀ ਸੀ। ਉਹ ਬੰਦਾ ਕਹਿੰਦਾ ਵੀ ਇਹ ਤਾਂ ਹੁਣ ਮੈਂ ਵੇਚਣੀ ਤਾਂ ਹੈ ਹੀ ਹੈ, ਇਹਨੂੰ ਦੇ ਦਿਓ ਕਿਉਂਕਿ ਇਹ ਖਰਾਬ ਹੋ ਜਾਵੇਗੀ। ਜਿਹੜੀ ਚੀਜ਼ ਲੱਗੀ ਆ ਧੁਰੇ ਨਾਲ ਉਹਦੀ ਕੀਮਤ ਵੱਧ ਹੋਵੇਗੀ, ਜਿਹੜੀ ਧੁਰੇ ਤੋਂ ਟੁੱਟ ਚੁੱਕੀ ਉਹਦੀ ਤਾਂ ਬੇਕਦਰੀ ਹੋ ਜਾਂਦੀ ਹੈ। ਜਿਹੜਾ ਸਿੱਖ ਗੁਰੂ ਨਾਲ ਜੁੜਿਆ ਕਦਰ ਉਹਦੀ ਹੋਵੇਗੀ, ਜਿਹੜਾ ਗੁਰੂ ਤੋਂ ਟੁੱਟ ਗਿਆ ਉਹ ਗੁਰੂ ਦੀਆਂ ਨਜ਼ਰਾਂ ਚੋਂ ਗਿਰ ਗਿਆ, ਉਹ ਗੁਰੂ ਦੀਆਂ ਨਜ਼ਰਾਂ ਤੋਂ ਭਟਕ ਗਿਆ, ਉਹ ਗੁਰੂ ਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ। ਬੜਾ ਕੀਮਤੀ ਬਚਨ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜਾ ਪਿਆਰਾ ਨਕਸ਼ਾ ਚਿੱਤਰਿਆ। ਕਹਿਣ ਲੱਗੇ ਇੱਕ ਰਾਹੀ ਤੁਰਿਆ ਜਾ ਰਿਹਾ ਹੈ, ਰਾਹੀ ਤੁਰਿਆ ਜਾ ਰਿਹਾ ਵੀ ਵੇਖਦਾ ਵੀ ਇੱਕ ਸਰੋਵਰ ਦੇ ਕੰਢੇ ਤੇ ਰੁਕਦਾ, ਇੱਕ ਤਲਾਬ ਦੇ ਕੰਢੇ ਤੇ ਰੁਕਦਾ ਵੀ ਆਲੇ ਦੁਆਲੇ ਬੜੀ ਹਰਿਆਵਲ ਹੈ, ਬੜੇ ਫੁੱਲਦਾਰ ਤੇ ਫਲਦਾਰ ਬੂਟੇ ਨੇ, ਉਹਨਾਂ ਬੂਟਿਆਂ ਦੇ ਉੱਪਰ ਪੰਛੀ ਚਹਿਕ ਰਹੇ ਨੇ, ਬੜੀਆਂ ਸੁੰਦਰ ਆਵਾਜ਼ਾਂ। ਉਸ ਸੁੰਦਰ ਸਵੱਛ ਪਾਣੀ ਦਾ ਜਿਹੜਾ ਜਲ ਹੈ ਉਹ ਆਪਣਾ ਹੀ ਵੱਖਰਾ ਕੁਦਰਤੀ ਦ੍ਰਿਸ਼ ਇੱਕ ਪੇਸ਼ ਕਰ ਰਿਹਾ ਹੈ। ਤੇ ਰਾਹੀ ਦੇ ਕਦਮ ਰੁਕੇ, ਉਸ ਸਰੋਵਰ ਦੇ ਕੰਢੇ, ਉਸ ਤਲਾਬ ਦੇ ਕੰਢੇ ਖੜ ਕੇ ਉਹਨੇ ਬੜਾ ਆਨੰਦ ਮਾਣਿਆ ਤੇ ਕੁਦਰਤ ਦਾ ਧੰਨਵਾਦ ਕੀਤਾ ਤੇ ਕੁਦਰਤੀ ਦ੍ਰਿਸ਼ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ। ਤੇ ਜਿਸ ਵਕਤ ਰਾਹੀ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵਧਿਆ ਨਾ, ਉੱਥੋਂ ਤੁਰਿਆ ਰਾਹੀ ਆਪਣੀ ਮੰਜ਼ਿਲ ਵੱਲ ਨੂੰ, ਤੇ ਆਪਣੀ ਮੰਜ਼ਿਲ ਤੋਂ ਵਾਪਸ ਆਉਂਦਿਆਂ ਉਹਨੇ ਸੋਚਿਆ ਵੀ ਜਿੱਥੇ ਮੈਂ ਪਹਿਲਾਂ ਰੁਕਿਆ ਸੀ ਨਾ, ਜਿਸ ਤਲਾਬ ਦੇ ਕਿਨਾਰੇ ਤੇ, ਉਸ ਤਲਾਬ ਦੇ ਕਿਨਾਰੇ ਤੇ ਮੈਂ ਫੇਰ ਵਾਪਸ ਜਾਂਦਾ ਇੱਕ ਵਾਰੀ ਰੁਕਾਂਗਾ। ਉਹਨੇ ਸੋਚਿਆ ਵੀ ਮੈਂ ਰੁਕਾਂਗਾ ਇੱਕ ਵਾਰੀ। ਜਦੋਂ ਵਾਪਸ ਆਇਆ ਉਸ ਤਲਾਬ ਦੇ ਕੰਢੇ ਤੇ ਆ ਕੇ ਵੇਖਿਆ ਵੀ ਨਾ ਤਾਂ ਉੱਥੇ ਕੋਈ ਹਰਿਆਵਲ ਹੈਗੀ ਹੈ, ਤੇ ਨਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਪੰਛੀ ਆਵਾਜ਼ ਦੇ ਰਿਹਾ ਹੈ, ਨਾ ਉੱਥੇ ਕੋਈ ਉਹ ਸਵੱਛ ਜਲ ਹੈ ਉਸ ਤਲਾਬ ਦੇ ਵਿੱਚ ਜਿਹੜਾ ਪਹਿਲਾਂ ਵੇਖਣ ਨੂੰ ਮਿਲਿਆ ਸੀ। ਉਹ ਮਾਹੌਲ, ਉਹ ਕੁਦਰਤੀ ਦ੍ਰਿਸ਼ ਅੱਜ ਉਹਨੂੰ ਵੇਖਣ ਵਾਸਤੇ ਨਹੀਂ ਮਿਲਿਆ। ਜਦੋਂ ਕੁਝ ਸਮੇਂ ਬਾਅਦ ਵਾਪਸ ਆਇਆ ਨਾ, ਉਹਨੇ ਤੱਕਿਆ ਵੀ ਇੱਥੇ ਤਾਂ ਕੁਝ ਵੀ ਨਹੀਂ ਲੱਭ ਰਿਹਾ, ਨਾ ਪੰਛੀ ਚਹਿਕਦੇ ਨੇ, ਨਾ ਦਰਖਤਾਂ ਦੀ ਹਰਿਆਵਲ ਹੈ, ਨਾ ਇੱਥੇ ਫੁੱਲ ਪੌਦੇ ਨੇ, ਨਾ ਇਸ ਤਲਾਬ ਵਿੱਚ ਕੋਈ ਪਾਣੀ ਹੈ। ਬੜਾ ਹੈਰਾਨ ਹੋਇਆ। ਉਸ ਹੈਰਾਨ ਹੋਏ ਧਰਮੀ ਵਿਅਕਤੀ ਨੇ ਇੱਕ ਸਵਾਲ ਕੀਤਾ ਉਸ ਤਲਾਬ ਨੂੰ। ਕਹਿਣ ਲੱਗਾ ਵੀ ਤੇਰੇ ਤੇ ਆਲੇ ਦੁਆਲੇ ਬੜੀ ਹਰਿਆਵਲ ਸੀ, ਤੇਰੇ ਤੇ ਆਲੇ ਦੁਆਲੇ ਬੜੇ ਫੁੱਲ ਪੌਦੇ ਸਨ, ਤੇਰੇ ਆਲੇ ਦੁਆਲੇ ਬੜੇ ਪੰਛੀ ਚਹਿਕਦੇ ਸੀ, ਤੇਰੇ ਵਿੱਚ ਪਾਣੀ ਬੜਾ ਸਵੱਛ ਸੀ, ਕਾਰਨ ਕੀ? ਇਹ ਕੀ ਕਾਰਨ ਵਾਪਰਿਆ? ਇਹ ਵੈਰਾਨੀ ਕਿਵੇਂ ਆ ਗਈ? ਤੇਰੇ ਵਿੱਚੋਂ ਸੁੱਕੀ ਕਾਲੀ ਮਿੱਟੀ ਕਿੱਦਾਂ ਨਿਕਲ ਆਈ? ਕਿਉਂ ਆਲੇ ਦੁਆਲੇ ਸਾਰੇ ਰੁੱਖਾਂ ਤੇ ਦਰਖਤਾਂ ਤੇ ਇੰਨੀ ਵੈਰਾਨੀ ਛਾ ਗਈ? ਇਹਦੀ ਵਜ੍ਹਾ ਕੀ? ਇਹਦਾ ਕਾਰਨ ਕੀ ਹੈ? ਤੇ ਉੱਥੇ ਜਦੋਂ ਸਵਾਲ ਕੀਤਾ ਨਾ, ਬਾਣੀ ਦੇ ਵਿੱਚ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੋਧਨ ਹੋ ਕੇ ਆਖਿਆ ਪੱਬਰ, ਪੱਬਰ ਦਾ ਅਰਥ ਹੁੰਦਾ ਤਲਾਬ। ਪੱਬਰ ਤੂੰ ਹਰਿਆਵਲਾ ਕਵਲਾਂ ਕੰਚਰ ਵਨ, ਇਹ ਉਦਾਹਰਣ ਦਿੱਤੀ ਹੈ, ਕੇਵਲ ਸਮਝਾਇਆ ਸਾਨੂੰ ਹੈ ਗੁਰੂ ਕੇ ਪਿਆਰਿਓ। ਮਹਾਰਾਜ ਕਹਿਣ ਲੱਗੇ ਪੱਬਰ ਤੂੰ ਹਰਿਆਵਲਾ ਕਵਲਾਂ ਕੰਚਰ ਵਨ, ਕਿੰਨੇ ਸੋਹਣੇ ਸੋਨੇ ਵਰਗੇ ਤੇਰੇ ਆਲੇ ਦੁਆਲੇ ਫੁੱਲ ਚਮਕਾ ਮਾਰਦੇ ਸੀ। ਕਾਰਨ ਕੀ ਹੈ? ਕਵਲਾਂ ਕੰਚਰ ਵਨ ਕਹਿ ਦੋਖੜੇ ਸੜਿਓ, ਵੀ ਕਿਹੜਾ ਐਸਾ ਦੁੱਖ ਲੱਗ ਗਿਆ? ਵੀ ਜਦੋਂ ਬੰਦਾ ਤੰਦਰੁਸਤ ਹੋਵੇ ਨਾ, ਤੇ ਕੋਈ ਦੁੱਖ ਲੱਗ ਜਾਵੇ, ਕਮਜ਼ੋਰ ਹੋ ਜਾਵੇ, ਨਿਰਬਲ ਹੋ ਜਾਵੇ, ਤੇ ਅਕਸਰ ਚਿਰਾਂ ਬਾਅਦ ਜਦੋਂ ਕੋਈ ਬੰਦਾ ਮਿਲੇ ਤੇ ਪੁੱਛਦਾ ਵੀ ਭਾਈ ਤੂੰ ਸਰੀਰ ਕਰਕੇ ਬੜਾ ਕਮਜ਼ੋਰ ਹੋ ਗਿਆ, ਕਾਰਨ ਕੀ ਵਾਪਰਿਆ? ਤੇ ਫਿਰ ਬੰਦਾ ਆਪਣੀ ਬਿਮਾਰੀ ਬਾਰੇ ਦੱਸਦਾ ਹੈ ਕਿ ਮੈਂ ਤਾਂ ਬਿਮਾਰ ਰਿਹਾ, ਮੈਂ ਤਾਂ ਹਸਪੀਟਲ ਰਿਹਾ, ਇੰਨਾ ਚਿਰ ਐਡਮਿਟ ਰਿਹਾ, ਇਸ ਕਰਕੇ ਮੈਂ ਬਿਮਾਰ ਹੋਣ ਕਰਕੇ ਮੇਰਾ ਸਰੀਰ ਨਿਰਬਲ ਹੋ ਗਿਆ। ਇਦਾਂ ਦੀ ਗੱਲ ਅੱਗੋਂ ਪੱਬਰ ਨੇ ਜਵਾਬ ਦਿੱਤਾ, ਤਲਾਬ ਨੇ ਜਵਾਬ ਦਿੱਤਾ, ਸਵਾਲ ਜਵਾਬ ਦੇ ਰੂਪ ਵਿੱਚ ਸਮਝਾਇਆ ਸਾਨੂੰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਰ ਵਨ ਕਹਿ ਦੋਖੜੇ ਸੜਿਓ, ਕਾਲੀ ਹੋਈਆ ਦੇਹਰੀ, ਤੇਰੇ ਆ ਸਰੀਰ ਤੇਰਾ ਦੇਹੀ ਤੇਰੀ ਕਾਲੀ ਹੋ ਗਈ, ਮਿੱਟੀ ਵਿੱਚੋਂ ਕਾਲੀ ਨਿਕਲ ਆਈ, ਸਵੱਛ ਪਾਣੀ ਖਤਮ ਹੋ ਗਿਆ, ਪੌਦੇ ਖਤਮ ਹੋ ਗਏ, ਹਰਿਆਵਲ ਖਤਮ ਹੋ ਗਈ, ਪੰਛੀਆਂ ਦੀਆਂ ਆਵਾਜ਼ਾਂ ਖਤਮ ਹੋ ਗਈਆਂ, ਕੁਦਰਤੀ ਨਾਦ ਖਤਮ ਹੋ ਗਏ। ਇਹ ਕੀ ਕਾਰਨ ਵਾਪਰਿਆ? ਇੰਨੀ ਵੈਰਾਨੀ ਕਿਉਂ ਛਾ ਗਈ ਹੈ?
ਇਹ ਏਡਾ ਵੱਡਾ हैरान करन वाला जिहड़ा दृश्य मैं तक रहा, ये क्यों होया? अगों फिर सवाल का जवाब दिता उस पब्बर ने। आखन लगा जाना पानी ना लहा, कि मैं जानदा हाँ अपनी वैरानी का कारण, मैं जानदा हाँ, मैं समझदा हाँ भी जिथों मैनू खुराक मिलती सी ना, भी एक दरिया दे नाल मेरा नाता सी, ते एकदम हनेरियां झक्खड़ आए, ते जिस दरिया तो मैनू स्वच्छ पानी मिलता सी ना, उन्हां झक्खड़ां दे कारण रेते का एक बड़ा वड्डा बन वज गया विच, ते मैनू पानी नहीं मिलिया। पानी ना होने करके मेरे विचले जीव जंतु भी मर गए, पशु आले दुआले जिहड़े पंछी घुमदे सी वो भी इत्थों उडारियां ला के चले गए, वो भी इत्थों तुर गए। इत्थे तां ना फुल रहे, ना फल रहे, ना दरख्त रहे, ना हरियावल रही। कारण इक्को वापरिया कि जित्थों मेरा नाता जुड़िया सी ना, उत्थों नाता टुट गया। दरिया दे नाल नाता सी, उथों पानी मिलना बंद हो गया, झक्खड़ां करके, हनेरी करके, और रेते दे बन वज गए विच। हुण मैनूं पानी नहीं मिल रहा, इस करके मेरे अंदर आ माहौल वापर गया, आ कुछ वापर गया, दृश्य बन गया। इहदा इक्को एक ही कारण, क्योंकि मैं नाता तोड़ बैठा, नाता टुट गया। जाना पानी ना लहा जै सेती मेरा संग, जित डिठे तन परफड़े चढ़े चुवगण वन। जिथों मैनू खुराक मिलती सी ते मैं 4 गुणा हरियावल वाला बनता सी ना, उथों नाता टुट गया, उथों रिश्ता ही टुट गया, और मेरी खुराक बंद हो गई। खुराक बंद होने करके अज मेरी आ हालत बन गई है। हुण ध्यान दिओ साध संगत, संधात नूं समझना। सतगुरु गुरु नानक साहब महाराज कहंदे, जदों एक दरिया तो तलाब नूं पानी नहीं मिलिया ते तलाब दी आ हालत बन गई है। गुरु क्या सिखा, जिस गुरु दे कोल आके तैनूं सिੱਖੀ दी दात प्राप्त होनी है, जिस गुरु दे कोल आके जीवन दी सोझी मिलनी है, जिस गुरु ने तैनूं सबर, सिदक, दृढ़ता, भरोसा देना, उस गुरु दी विचार तो तू टुट गया। टुटण करके तेरे जीवन दे विचों अज विकारां दी, विषय विकारां दी बदबू आ रही है। अज टुटण करके तेरी लोभी बिरती, जिहड़ी लोभ दा गरसिया होया, तू 10 दिशा नूं भज्जा फिरदा है। अज तू कदे दानी बन जाना, कदे भिखारी बन जाना, कदे राजा बन जाना, कदे कंगाल बन जाना, कदे सच्चा बन जाना, ते कदे झूठा बन जाना। तेरियां बिरतियां पैदा होने का कारण केवल इक्को ही है। ख्याल करियो गुरु के प्यारिओ, जदों कोई चीज साडे हथों छुट जावे ना, समुंदर विच रुड़ जावे, दरिया विच रुड़ जावे, कदी वो डुब जाती ते कदी पार उपर आ जाती है, कदी डुबदी है ते कदी उपर आउंदी, क्योंकि छल्लां दा वहाव ही एडा तेज है। ते जे वो साडे हथ विच हुंदी ना चीज, तां कदी भी ना वो डुबदी ते ना वो साडे सामने आउंदी, झाके देंदी बार बार। गुरु के प्यारिओ, गुरु दा सिख जिन्नी देर तक बाणी ना जुड़िया ना, उन्नी देर तक उहदे जीवन दे विच कदे ना कायरता, ना बुझदिली ते ना हंकार आवेगा। जिन्नी देर गुरु ना जुड़िया रहेगा, क्योंकि गुरु दे कोलों खुराक मिलनी है, आत्मक ज्ञान दी खुराक मिलनी है, गुरमत दी खुराक मिलनी है, चंगी सिक्ख्या दी, जिस दे नाल साडा जीवन हरिया भरिया रहना। अज साडे जीवन दे विच सोका क्यों वापरिया? अज साडे परिवारां दे विच, साडे समाज विच, साडी कौम दे विच अज इन्नी वैरानी क्यों छाई हुई है? अज किधरे कई तरह दीयां दुविधा साडी कौम दे विच खड़ियां ने। माफ करना गुरु के प्यारिओ, जिन्नियां संप्रदावां, जिन्नियां जथेबंदियां साडी कौम दियां अज बन चुकियां ने ना, वो सारियां जथेबंदियां पढ़दियां इक्को गल ही है, आग्या भई अकाल की तबे चलायो पंथ, सब सिखण को हुक्म है गुरु मानियो ग्रंथ। पर कारण की इन्नी वैरानी क्यों छा गई साडी कौम दे विच? अज हर बंदा पंथ दा होका देंदा होया झंडा अपना चुक के भज्जा फिरदा। वजह की है? कारण की है? क्योंकि वो गुरु नाल जुड़िया नहीं। केवल गुरु नाल बंदा जुड़दा है स्वार्थां दे लई, केवल गुरु नाल जुड़दा अपणियां लोड़ां दे लई। जे गुरु नाल मन करके जुड़ जावे ना, सतगुरु महाराज कहंदे जीवन चों भी वैरानी दूर होवेगी, परिवारां दे विचों भी वैरानी दूर होवेगी, तेरी कौम दे विचों भी वैरानी दूर होवेगी। तैनूं सारे चार चफेरे दे विच हरियावल नज़र आवेगी। हरियावल दा अर्थ है जीवन खेड़े वाला बन जावेगा। जिथे अज वैरानी छाई हुई, जिथे अज पतझड़ बनी हुई है। तो साहिब जी ने बड़े सुंदर बचन कीते। अज दी पावन बचना राही भगत नामदेव साहब साडे मन की दशा का जिक्र कर रहे हैं कि साडे मन की दशा की है, साडे मन के अंदर की हालात पैदा होंदे ने। जदों साडे मन नूं ना खुशी मिले ना, उदों साडा मन सानूं आपे तो बाहर कर दिंदा है। ते जदों भी किधरे साडे कन्नां दे राही मन तक एक खबर पहुंच जावे ना,
ਵੀ ਆ ਤੈਨੂੰ घाटा पैण वाला ते इस घाटे विच तू जाण वाला है, ते उदों असी गमी दे आलम विच पहुँच जाने आ, उदों बंदा परेशानियां दा सामना करना आरंभ कर दिंदा। क्योंकि ये दोवें बंदे ते समय आउंदे ने, कदे खुशी आउंदी कदे गमी आउंदी है, कदे हसदा है कदे रोंदा है, कदे दिन है कदे रात है। करते दी कुदरत विच ये प्रक्रिया चल रही है, हर जीव दे उपर ये समा आ रहा। क्योंकि बाबे दी बाणी नूं आपां पढ़ के वेखीए ते सतगुरु महाराज ऐसे समय नूं कहिंदे भी सुख दुख दोनों सम कर जाने। महाराज कहिंदे जे तेरे ते समा दुख दा ते तां वी मालक दे हुक्म विच रहना, जे समा सुख दा ते तां शुकर विच रहना। इहनूं कहिंदे ने चौथा पद, इहनूं कहिंदे उच्ची आत्मक अवस्था, इहनूं कहिंदे ज्ञान खंड, इहनूं सतगुरु महाराज ने सचखंड जीवन आख्या। जिथे किसी तरह का कोई दुख पोवे ना, ते जिथे किसी तरह के कोई सुख की लालसा ना होवे, इहनूं महाराज ने जीवन नूं सचखंड जीवन आख्या। तो इत्थे केवल निरंकार दीयां बातां हुंदियां ने। महाराज सतगुरु सच्चे पातशाह जी ने अज दे पावन बचनां राहीं बड़ी प्यारी बात आखी है। महाराज कहंदे मन की दशा पता की है, कबहू खीर खांड घिओ ना भावै। कई बारी ते बंदा खंड घिओ दे नाल तैयार कीते हुए भोजनां नूं भी ठुकरा दिंदा है, ते कई बारी महाराज कहंदे घर घर टूक मंगावे। कई बारी ये मन की दशा भी ये घर घर टुकड़े मंगण ला दिंदा, बंदे नूं भिखारी दे रूप विच पेश कर दिंदा है। तो महाराज कहंदे चंगी गल यह है कि रब दे हुक्म विच इस मन नूं इन्ना क थिर करके रख, रब्बी निजम विच इहनूं चलण दी आदत पा दे। ते ये आदत पैनी है गुरु दे राही, गुरु दे ज्ञान राही। तो खैर जिहड़ी बेनती कर रहा, कबहू खीर खांड घिओ ना भावे, इहदा अर्थ है भी कदी तां मन नूं चंगियां गल्लां, दुरुस्त जीवन वालियां गल्लां जिहड़ियां वो भी नहीं चंगियां लगदियां, ते कई बार बंदा बुरियां गल्लां सुनने विच ही सारा शरीर ऐन मगन करके बिल्कुल एकाग्रता विच टिका के बुरियां गल्लां सुनने विच सवेर तो लैके शामां तक दा समा गुजार दिंदा है। इहनूं आख्या घर घर टूक मंगावे, इहनूं आख्या घर घर अगला बचन कबहू पूर्ण चने बनावे, कबहू पूर्ण चने दा अर्थ बनावे। कई बारी ना मन इन्ना क खतरनाक दिशा वाल नूं लै जांदा है। कूਰਨ ਦਾ अर्थ ਹੁੰਦਾ ਵੀ ਉਹ ਗੰਦਗੀ ਵਾਲੀਆਂ ਥਾਵਾਂ ਜਿੱਥੇ ਮਨ ਪ੍ਰੇਰਿਤ ਕਰਦਾ ਵੀ ਇਧਰ ਨੂੰ ਤੁਰ ਜਾ, ਵਿਸ਼ੇ ਵਿਕਾਰ ਜਾਂ ਫਿਰ ਮਨ ਦੇ ਅੰਦਰ ਜਿੰਨਾ ਦੁਨੀਆ ਦਾ सत तो परे लैके जान वाला, सच तो दूर लैके जान वाला जिन्ना मैटर है ना, वो मन सारा दिन सानू फरोलण लई क्रियावां करवाउंदा भी आ भी फोड़ लै, आ भी पढ़ लै। जो कुछ जीवन च आउण वालियां चीज़ां वो नहीं, जिहड़ियां सानू जीवन तो पटका दिंदियां उन्हां वल तोर दिंदा मन। उहनूं आख्या कूਰਨ। कबहू कूਰਨ चने बनावे, कभी कदू तां मन इदां दा भी हो जांदा भी गंदगी दे ढेर चों दाणे लभण लई सानू प्रेरित कर दिंदा। ये मन की हालत है, मन की दिशा है। महाराज कहते ज्यों राम राखे त्यों रहिए रे भाई, रब दे हुक्म विच चल, थिर होके चल, ना कदे इनू आकाश वाल नूं उडारियां मरवा ते ना कदे इनू बुझ दिली ते कैरता वाल नूं लैके जा। मन थिर करके चल, क्योंकि जोत स्वरूप है मन, तू रब दी अंश है, रब दा ही तू हिस्सा है, इसलिए तू थिर रह, भटक ना। गुरबाणी दा बचन है, मन रे थिर रहो मत कत जाही जियो, मत कत जाही जियो शब्द जिहड़ा ध्यान मंगदा भी मतां किते एवें भज्जा फिर, थिर रह टिक के रह। साहब कहंदे हर की महिमा किश कथन ना जाई, परमात्मा दी महिमा वडियाई नूं कथन नहीं कीता जा सकदा, बयान नहीं कीता जा सकदा, उहदे हुक्म विच जरूर चलिया जा सकदा ताकि भटकना खत्म हो जाण। अगला बचन कबहू तुरे तुरंग नचावे, कदी तां बंदा वधिया नस्ल दे घोड़ियां ते चढ़ के सवारियां करदा, क्योंकि मन की दशा है ना। कहते कबहू पाए पनियों ना पावे, ते कदी हालत इहदी इदां दी भी बन जाती भी पैर च पाउण लई जुत्ती नूं भी तरसदा भी पैरां च पाउण वाली जुत्ती लभ जावे। इहदा अर्थ है कई वारी ते मन बड़ा बलवान बन जाता, ते कई वारी राजा बन जाता मन, ते कई वारी इन्ना कंगाल बन जाता इन्ना ते जुत्ती पैरां च पाउण वाली नूं भी तरसदा है। खैर कबहू खाट सपेदी सुआवे, कदी तां वधिया वधिया मंजे बिस्तरे सोहणियां चादरां विछा के ते ओहदे ते भी सौण लई तैयार नहीं है। कहण लगे कबहू भूम प्यार ना पावे, ते कदी ये चाहुंदा है कि मैनू ये सहूलत मिले
ਪਰ ਉਸ ਵਕਤ ਇਹਨੂੰ ਧਰਤੀ ਤੇ ਵਿਛਾਉਣ ਦੇ ਲਈ ਪਰਾਲੀ ਵੀ ਨਹੀਂ ਮਿਲਦੀ ਕਿ ਮੈਂ ਪਰਾਲੀ ਵਿਛਾ ਕੇ ਉੱਪਰ ਲੇਟ ਜਾਵਾਂ। ਇਹ ਮਨ ਦੀਆਂ ਕੁਝ ਦਸ਼ਾ ਨੇ। ਕਦੀ ਮਨ ਬੁੱਝਦਿਲ ਬਣਦਾ ਤੇ ਕਦੀ ਤਾਕਤਵਰ ਬਣਦਾ, ਕਦੀ ਗਿਆਨੀ ਬਣਦਾ ਤੇ ਕਦੇ ਅਗਿਆਨੀ ਬਣਦਾ, ਕਦੇ ਸੱਚਾ ਬਣਦਾ ਤੇ ਕਦੇ ਝੂਠਾ ਬਣਦਾ। ਮਨ ਦੀਆਂ ਦਿਸ਼ਾਵਾਂ ਨੇ, ਮਨ ਬਦਲ ਰਿਹਾ। ਸਾਹਿਬ ਆਖਰੀ ਬਚਨਾਂ ਵਿੱਚ ਆਖਦੇ, ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਹੇ ਗੁਰ ਮਿਲੇ ਤਿਹ ਪਾਰ ਉਤਾਰੇ। ਨਾਮਦੇਵ ਜੀ ਬੇਨਤੀ ਕਰਦੇ ਨੇ ਕਿ ਇੱਕ ਨਾਮ ਹੀ ਹੈ ਜਿਹੜਾ ਤੇਰਾ ਪਾਰ ਉਤਾਰਾ ਕਰ ਸਕਦਾ ਹੈ, ਤੇ ਇਹ ਗੁਰੂ ਨੂੰ ਮਿਲ ਕੇ ਹੀ ਹੋਵੇਗਾ। ਜਿਹੇ ਗੁਰ ਮਿਲੇ ਤਿਹ ਪਾਰ ਉਤਾਰੇ, ਗੁਰੂ ਨੂੰ ਮਿਲ ਕੇ ਆਪਣਾ ਪਾਰ ਉਤਾਰਾ ਅਸੀਂ ਕਰਨਾ ਹੈ। ਆਪਣਾ ਮੂਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਾਡਾ ਧੁਰਾ ਹੈ, ਮੁੱਢ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ। ਇਸ ਬਾਣੀ ਦੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨਾ। ਗੁਰੂ ਰਹਿਮਤ ਕਰੇ। ਸਭ ਦਾ ਧੰਨਵਾਦ, ਸ਼ੁਕਰ ਮੇਰੇ ਮਾਲਕ ਦਾ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਓ ਸਾਰੇ ਫਤਿਹ ਨਾਲ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।